सत श्री अकाल प्यारे विद्यार्थियों, स्वागत है तुहाडा ऑल अबाउट लर्निंग दे यूट्यूब प्लेटफॉर्म ते तुहाडा एक बार फिर तो स्वागत है। तो बच्चों, जेकर तुसी अजे तक भी ये चैनल सबसक्राइब नहीं किया तो हुणे ही कर लवो, क्योंकि तुहाडे सारे सिलेबस की तैयारी इस चैनल के उपर करवाई जाएगी। तो जिहड़ी अज दी वीडियो है वो तुहाडे लई बहुत ही ज़्यादा जानकारी भरपूर रहने वाली है, क्योंकि तुहाडे पक्के पेपर ने जिहड़े फाइनल एग्जाम्स ने वो शुरू होने जा रहे ने ते तुसी बहुत चंगी तरह इन्हां पेपरां दी तैयारी कीती है। ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਕਿ ਜੇਕਰ ਤੁਸੀਂ ਪੇਪਰਾਂ ਦੇ ਵਿੱਚ ਬਹੁਤ ਅੱਛੇ ਨੰਬਰ ਲੈਣੇ ਨੇ, ਟਾਈਮ ਮੈਨੇਜਮੈਂਟ ਅੱਛੇ ਢੰਗ ਨਾਲ ਕਰਨੀ ਹੈ ਤਾਂ ਵੀਡੀਓ ਨੂੰ ਐਂਡ ਤੱਕ ਦੇਖੋ। ਤਾਂ ਬੇਟੇ ਮੈਂ ਤੁਹਾਨੂੰ ਇੱਕ ਸੈਂਪਲ ਪੇਪਰ ਦਿਖਾ ਰਹੀ ਹਾਂ। ਇਸ ਸੈਂਪਲ ਦੇ ਪੇਪਰ ਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸਾਂਗੀ ਕਿ ਤੁਸੀਂ ਕਿਸ ਤਰ੍ਹਾਂ ਟਾਈਮ ਮੈਨੇਜਮੈਂਟ ਦੇ ਨਾਲ ਪੇਪਰ ਨੂੰ ਹੱਲ ਕਰਨਾ ਹੈ, ਕੁਐਸਚਨ ਤੁਸੀਂ ਕਿਵੇਂ ਚੰਗੇ ਢੰਗ ਨਾਲ ਹੱਲ ਕਰਨੇ ਨੇ। ਠੀਕ ਹੈ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਜਿਹੜੇ ਤੁਹਾਡੇ 2 ਅੰਕ ਨੇ ਉਹ ਸੁੰਦਰ ਲਿਖਾਈ ਦੇ ਲਈ ਰੱਖੇ ਗਏ ਨੇ। ਇਸ ਲਈ ਤੁਸੀਂ ਆਪਣੀ ਲਿਖਾਈ ਹੈ ਜਿਹੜੀ ਉਹ ਸਾਫ਼-ਸਾਫ਼ ਲਿਖਣੀ ਹੈ, ਸਮਝ ਆਉਣੀ ਚਾਹੀਦੀ ਹੈ ਪ੍ਰੋਪਰ। ਚੈੱਕ ਕਰਨ ਵਾਲੇ ਨੂੰ ਲਿਖਾਈ ਤੇ ਤੁਸੀਂ ਖਾਸ ਧਿਆਨ ਦੇਣਾ ਹੈ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਪੇਪਰ ਇੰਨਾ ਹੌਲੀ ਕਰਨ ਲੱਗ ਜਾਵੋ ਕਿ ਪ੍ਰੋਪਰ ਟਾਈਮ ਦੇ ਵਿੱਚ ਤੁਹਾਡਾ ਪੇਪਰ ਅਟੈਂਪਟ ਹੀ ਨਾ ਹੋਵੇ। ਪੇਪਰ ਪ੍ਰੋਪਰ ਸਪੀਡ ਨਾਲ ਵੀ ਕਰਨਾ ਹੈ ਤੇ ਲਿਖਾਈ ਵੀ ਬਹੁਤ ਸੁੰਦਰ ਕਰਨੀ ਹੈ। ਕੁੱਲ ਅੰਕ ਤੁਹਾਡੇ 35 ਹੋਣਗੇ। ਪਹਿਲਾ ਜਿਹੜਾ ਪ੍ਰਸ਼ਨ ਹੈ ਉਹ ਵਸਤੂਨਿਸ਼ਟ ਪ੍ਰਸ਼ਨ ਹੋਵੇਗਾ। ठीक है, ਇਹਦੇ ਵਿੱਚ ਅੱਗੇ ਜਿਹੜੇ ਹੈਗੇ ਨੇ ਪ੍ਰਸ਼ਨ ਦਿੱਤੇ ਹੋਏ ਨੇ 5 ਸਬ ਕੁਐਸਚਨਸ ਦਿੱਤੇ ਹੋਏ ਨੇ, ਜਿਨ੍ਹਾਂ ਦਾ ਉੱਤਰ ਤੁਸੀਂ ਇੱਕ ਸੈਂਟੈਂਸ ਦੇ ਵਿੱਚ ਵੀ ਦੇ ਸਕਦੇ ਹੋ, ਇੱਕ ਸ਼ਬਦ ਦੇ ਵਿੱਚ ਵੀ ਦੇ ਸਕਦੇ ਹੋ। ਇਹਦੇ ਵਿੱਚ ਸਹੀ ਗਲਤ ਵੀ ਨੇ, ਖਾਲੀ ਥਾਵਾਂ ਵੀ ਨੇ ਤੇ ਆਪਸ਼ਨਲ ਕੁਐਸਚਨ ਵੀ ਨੇ। ਸੈਕੰਡ ਜਿਹੜਾ ਕੁਐਸਚਨ ਹੈ ਬਹੁਤ ਮਹੱਤਵਪੂਰਨ ਹੈ ਬੱਚੋ, ਇਸ ਦੇ ਬਾਰੇ ਸੁਣ ਲਵੋ। ਇਹ ਪ੍ਰਸੰਗ ਸਹਿਤ ਵਿਆਖਿਆ ਹੈ। ਇਸ ਦੇ ਵਿੱਚ ਤੁਹਾਨੂੰ 2 ਕਵਿਤਾਵਾਂ ਦੇ ਟੋਟੇ ਦਿੱਤੇ ਹੋਣਗੇ, ਜਿਨ੍ਹਾਂ ਦੀ ਕਿ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੋਵੇਗੀ। ਇਹ ਦੇਖੋ 2 + 3 5 ਅੰਕ ਹੈ ਜਿਹੜੇ ਉਹ ਤੁਹਾਨੂੰ ਪ੍ਰਸੰਗ ਸਹਿਤ ਵਿਆਖਿਆ ਦੇ ਮਿਲਣਗੇ। ਇਸ ਦਾ ਮਤਲਬ ਹੈ ਕਿ ਜਿਹੜੇ 2 ਅੰਕ ਨੇ ਉਹ ਸਿਰਫ ਤੇ ਸਿਰਫ ਪ੍ਰਸੰਗ ਦੇ ਨੇ। ਪ੍ਰਸੰਗ ਦੇ ਵਿੱਚ ਬੱਚੋ ਤੁਸੀਂ ਅਕਸਰ ਹੀ ਗਲਤੀ ਕਰ ਜਾਂਦੇ ਹੋ। ਇਹਦੇ ਲਈ ਇੱਕ ਟਿਪ ਦੇ ਰਹੀ ਹਾਂ ਮੈਂ ਤੁਹਾਨੂੰ, ਤੁਸੀਂ 3 ਕੱਕਿਆਂ ਦਾ ਧਿਆਨ ਰੱਖਣਾ ਹੈ। 3 ਕੱਕੇ, ਠੀਕ ਹੈ। 3 ਕੱਕੇ ਮਤਲਬ ਕਿਤਾਬ ਦਾ ਨਾਮ, ਕਵੀ ਦਾ ਨਾਮ ਅਤੇ ਕਵਿਤਾ ਦਾ ਨਾਮ। ਸਭ ਤੋਂ ਪਹਿਲਾਂ ਤੁਸੀਂ ਲਿਖੋਗੇ ਕਿ ਉਪਰੋਕਤ ਕਾਵ ਟੋਟਾ ਜਿਹੜਾ ਹੈਗਾ ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤਮਾਲਾ ਵਿੱਚੋਂ ਲਿਆ ਗਿਆ ਹੈ। ਕਵਿਤਾ ਦਾ ਨਾਮ ਇਹ ਹੈ, ਜੋ ਵੀ ਕਵਿਤਾ ਦਾ ਨਾਮ ਹੋਏਗਾ, ਅਤੇ ਇਸ ਦੇ ਕਵੀ ਦਾ ਨਾਮ ਇਹ ਹੈ। ਠੀਕ ਹੈ, ਤੁਸੀਂ ਇਹ ਗੱਲ ਆਪਣੇ ਦਿਮਾਗ ਦੇ ਵਿੱਚ ਰੱਖਣੀ ਹੈ ਕਿ ਪ੍ਰਸੰਗ ਲਿਖਣ ਵੇਲੇ ਅਸੀਂ 3 ਕੱਕਿਆਂ ਦਾ ਖਿਆਲ ਰੱਖਣਾ ਹੈ, ਕਿਤਾਬ, ਕਵਿਤਾ ਅਤੇ ਕਵੀ। ਉਸ ਤੋਂ ਬਾਅਦ ਤੁਸੀਂ ਲਿਖੋਗੇ ਕਿ ਇਸ ਕਵਿਤਾ ਦੇ ਵਿੱਚ ਜਿਹੜਾ ਹੈਗਾ ਕਵੀ ਨੇ ਕੀ ਕਹਿਣ ਦੀ ਕੋਸ਼ਿਸ਼ ਕੀਤੀ ਹੈ, ਉਹ ਗੱਲ ਤੁਸੀਂ ਇੱਕ ਲਾਈਨ ਦੇ ਵਿੱਚ ਲਿਖ ਸਕਦੇ ਹੋ। ਦੈਨ ਸ਼ੁਰੂ ਹੁੰਦੀ ਹੈ ਵਿਆਖਿਆ, ਤੇ ਵਿਆਖਿਆ ਦੇ ਵਿੱਚ ਤੁਸੀਂ ਇਸ ਸਾਰੇ ਕਾਵ ਟੋਟੇ ਦਾ ਖੋਲ ਕੇ ਹਾਲ ਲਿਖਣਾ ਹੈ ਵਿਸਥਾਰ ਸਹਿਤ, ਜੋ ਵੀ ਤੁਹਾਨੂੰ ਕਰਵਾਇਆ ਗਿਆ। ਬਹੁਤ ਅੱਛੀ ਤਰ੍ਹਾਂ ਤੁਹਾਨੂੰ ਇਸ ਚੈਨਲ ਦੇ ਉੱਪਰ ਵੀ ਤਿਆਰੀ ਕਰਵਾਈ ਗਈ ਹੈ। ਉਸ ਵਿਆਖਿਆ ਦੇ ਤੁਹਾਨੂੰ ਮਿਲਣਗੇ 3 ਨੰਬਰ। ਤਾਂ ਟੋਟਲ 5 ਨੰਬਰ ਦਾ ਇਹ ਕੁਐਸਚਨ ਹੈ। ਨੈਕਸਟ ਜੋ ਹੈ ਕਵਿਤਾ ਦਾ ਕੇਂਦਰੀ ਭਾਵ ਤੁਸੀਂ ਲਿਖਣਾ ਹੋਏਗਾ ਬੱਚੋ। ਕਵੀ ਦਾ ਨਾਮ ਜਿਹੜਾ ਹੈਗਾ ਬ੍ਰੈਕਟ ਦੇ ਵਿੱਚ ਤੁਹਾਨੂੰ ਨਾਲ ਗਿਵਨ ਹੋਏਗਾ। ਤੁਸੀਂ ਜਦ ਕੇਂਦਰੀ ਭਾਵ ਲਿਖੋਗੇ ਤਾਂ ਕਵੀ ਦੇ ਨਾਮ ਨੂੰ ਵੀ ਮੈਂਸ਼ਨ ਕਰਨਾ ਹੈ, ਕਿਉਂਕਿ ਚੈੱਕ ਕਰਨ ਵਾਲਾ ਜਿਹੜਾ ਐਗਜ਼ਾਮੀਨਰ ਹੁੰਦਾ ਹੈ ਉਹ ਇਸ ਚੀਜ਼ ਤੋਂ ਪ੍ਰਭਾਵਿਤ ਹੋ ਜਾਂਦਾ ਹੈ ਕਿ ਬੱਚੇ ਨੇ ਕਵੀ ਦਾ ਨਾਮ ਵੀ ਲਿਖਿਆ ਹੈ। ਚਾਹੇ ਇਸ ਦੇ ਉੱਪਰ ਪਹਿਲਾਂ ਤੋਂ ਹੀ ਦਿੱਤਾ ਹੋਇਆ ਹੈ ਤਾਂ ਕਈ ਬੱਚੇ ਕੀ ਕਰਦੇ ਨੇ, ਕਵੀ ਦੇ ਨਾਮ ਨੂੰ ਦੁਬਾਰਾ ਮੈਂਸ਼ਨ ਨਹੀਂ ਕਰਦੇ। ਤੁਸੀਂ ਕੇਂਦਰੀ ਭਾਵ ਦੇ ਵਿੱਚ ਵੀ ਕਵਿਤਾ ਦਾ ਨਾਮ ਲਿਖ ਕੇ ਕਵੀ ਦਾ ਨਾਮ ਮੈਂਸ਼ਨ ਕਰਕੇ ਉਸ ਤੋਂ ਬਾਅਦ ਜਿਹੜਾ ਮੇਨ ਥੀਮ ਹੈ ਜੋ ਉਸ ਕਵਿਤਾ ਦੇ ਵਿੱਚ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਨੂੰ ਸੰਖੇਪ ਸ਼ਬਦਾਂ ਦੇ ਵਿੱਚ ਲਿਖੋਗੇ ਕੇਂਦਰੀ ਭਾਵ ਨੂੰ। ਇਸ ਦੇ 3 ਨੰਬਰ ਹੋਣਗੇ। ਨੈਕਸਟ ਹੈ ਕੋਈ ਲੇਖ ਜਾਂ ਕਹਾਣੀ ਦੇ ਵਿੱਚੋਂ ਕਿਸੇ ਇੱਕ ਦਾ ਤੁਸੀਂ ਸਾਰ ਲਿਖਣਾ ਹੋਏਗਾ। ਜੇਕਰ ਤੁਹਾਨੂੰ ਲੇਖ ਚੰਗੀ ਤਰ੍ਹਾਂ ਆਂਦਾ ਹੈ ਤਾਂ ਲੇਖ ਦਾ ਸਾਰ ਲਿਖੋਗੇ, ਅਗਰ ਤੁਹਾਨੂੰ ਕਹਾਣੀ ਅੱਛੀ ਤਰ੍ਹਾਂ ਆਂਦੀ ਹੈ ਤੁਸੀਂ ਕਹਾਣੀ ਦਾ ਸਾਰ ਲਿਖੋਗੇ। ਲੇਖਕ ਦਾ ਨਾਮ ਵੀ ਇਸ ਦੇ ਨਾਲ ਗਿਵਨ ਹੈ। ਤਾਂ ਤੁਸੀਂ ਕਹਾਣੀ ਦੇ ਵਿੱਚ ਜਿਹੜੇ ਹੈਗੇ ਆ ਡਾਇਲੌਗਸ ਆਪਾਂ ਨੂੰ ਦਿੱਤੇ ਹੁੰਦੇ ਨੇ ਐਜ਼ ਇਟ ਇਜ਼, ਉਹਨਾਂ ਨੂੰ ਉਸੇ ਤਰ੍ਹਾਂ ਲਿਖਣ ਤੋਂ ਗੁਰੇਜ਼ ਕਰਨਾ ਹੈ, ਕਿਉਂਕਿ ਅਸੀਂ ਪਾਤਰਾਂ ਦੇ ਜਿਹੜੇ ਵਾਰਤਾਲਾਪ ਹੈ ਬੱਚੋ ਉਹਨਾਂ ਨੂੰ ਐਜ਼ ਇਟ ਇਜ਼ ਨਾ ਲਿਖ ਕੇ ਜੇਕਰ ਆਪਣੀ ਹੀ ਭਾਸ਼ਾ ਦੇ ਵਿੱਚ, ਕਿਉਂਕਿ ਇਹ ਸਾਰ ਲਿਖਣ ਨੂੰ ਤੁਹਾਨੂੰ ਕਿਹਾ ਗਿਆ, ਸਾਰ ਲਿਖਿਆ ਜਾ ਰਿਹਾ ਇਹ, ਠੀਕ ਹੈ, ਆਪਣੇ ਹਿਸਾਬ ਨਾਲ ਤੁਸੀਂ ਉਸ ਕਹਾਣੀ ਦਾ ਜਿਹੜਾ ਪਲਾਟ ਹੈ ਉਸ ਨੂੰ ਵਿਆਖਿਆਨ ਕਰਨ ਦੀ ਤੁਸੀਂ ਕੋਸ਼ਿਸ਼ ਕਰਨੀ ਹੈ, ਨਾ ਕਿ ਆਪਾਂ ਹੂਬਹੂ ਉਸੇ ਤਰ੍ਹਾਂ ਡਾਇਲੌਗਸ ਹੈ ਜਿਹੜੇ ਵਾਰਤਾਲਾਪ ਨੇ ਆਪਾਂ ਲਿਖਣੇ ਹੁੰਦੇ ਨੇ। ਤਾਂ ਇਹਦੇ ਵਿੱਚੋਂ ਤੁਹਾਨੂੰ ਚੁਆਇਸ ਹੈ, ਚਾਹੇ ਲੇਖ ਜਾਂ ਕਹਾਣੀ ਦੇ ਵਿੱਚੋਂ ਤੁਸੀਂ ਇੱਕ ਚੀਜ਼ ਲਿਖ ਸਕਦੇ ਹੋ। ਨੈਕਸਟ ਹੈ ਅਭਿਆਸੀ ਪ੍ਰਸ਼ਨ ਆਉਣਗੇ। ਬੇਟਾ ਇਹਦੇ ਵਿੱਚ ਬਿਲਕੁਲ ਕਨਫਿਊਜ਼ ਨਹੀਂ ਹੋਣਾ, ਬਹੁਤ ਬੱਚੇ ਕਨਫਿਊਜ਼ ਹੋ ਜਾਂਦੇ ਨੇ। ਇਹਦੇ ਵਿੱਚ ਲੇਖ ਤੇ ਕਹਾਣੀ ਦੇ ਪ੍ਰਸ਼ਨਾਂ ਵਿੱਚੋਂ ਤੁਸੀਂ ਇੱਕ ਕਰਨਾ ਹੋਏਗਾ। ਜਿਸ ਤਰ੍ਹਾਂ ਕਿ ਪਹਿਲਾ ਕੁਐਸਚਨ ਜਿਹੜਾ ਆਇਆ ਹੋਇਆ ਬੱਚੋ ਤੁਹਾਨੂੰ ਬੰਬ ਬਹਾਦਰ ਵਾਲੀ ਕਹਾਣੀ ਦੇ ਵਿੱਚੋਂ ਆਇਆ ਹੋਇਆ ਹੈ, ਤੇ ਜਿਹੜਾ ਦੂਜਾ ਪ੍ਰਸ਼ਨ ਹੈ ਉਹ ਬਾਬਾ ਰਾਮ ਸਿੰਘ ਜੀ ਕੂਕਾ ਵਾਲੇ
ਵਾਰਤਕ ਭਾਗ ਦੇ ਵਿੱਚੋਂ ਯਾਨੀ ਕਿ ਲੇਖ ਦੇ ਵਿੱਚੋਂ ਆਇਆ ਹੋਇਆ। ਠੀਕ ਹੈ, ਇੱਥੇ ਵੀ ਤੁਹਾਡੇ ਕੋਲ ਚੁਆਇਸ ਹੈ, ਚਾਹੇ ਤੁਸੀਂ ਲੇਖ ਦਾ ਪ੍ਰਸ਼ਨ ਕਰੋ, ਚਾਹੇ ਤੁਸੀਂ ਕਹਾਣੀ ਦਾ ਪ੍ਰਸ਼ਨ ਕਰੋ, ਜਿਹੜਾ ਤੁਹਾਨੂੰ ਬੈਟਰ ਆਂਦਾ ਹੈ ਤੁਸੀਂ ਉਹ ਪ੍ਰਸ਼ਨ ਕਰਨਾ ਹੈ। ਕਈ ਬੱਚੇ ਜਿਹੜੇ ਹੈਗੇ ਆ ਲੇਖ ਤੇ ਕਹਾਣੀਆਂ ਦੇ ਪਾਤਰਾਂ ਦੇ ਵਿਚਾਲੇ ਬਹੁਤ ਜ਼ਿਆਦਾ ਕਨਫਿਊਜ਼ ਹੋ ਜਾਂਦੇ ਨੇ। ਜਿਸ ਤਰ੍ਹਾਂ ਇੱਕ ਵੀਰਾਂ ਵਾਲੀ ਦਾ ਪਾਤਰ ਹੈ, ਉਹ ਤੁਹਾਡੇ 2 ਲੈਸਨਸ ਦੇ ਵਿੱਚ ਆਂਦਾ ਹੈ, ਉਸ ਨੂੰ ਲੈ ਕੇ ਬੱਚੇ ਬਹੁਤ ਉਲਝਦੇ ਦੇਖੇ ਗਏ ਨੇ। ਬੇਟਾ ਤੁਸੀਂ ਧਿਆਨ ਨਾਲ ਪੜ੍ਹ ਕੇ ਜਾਣਾ ਹੈ ਕਿ ਜਿਹੜਾ ਵੀਰਾਂ ਵਾਲੀ ਦਾ ਪਾਤਰ ਹੈ ਉਹ ਕਿਹੜੀ ਕਹਾਣੀ ਦੇ ਵਿੱਚ ਜਾਂ ਕਿਹੜੇ ਲੇਖ ਦੇ ਵਿੱਚ ਜਾਂ ਕਿਹੜੀ ਇਕਾਂਗੀ ਦੇ ਵਿੱਚ ਆਉਂਦਾ ਹੈ। ਤਾਂ ਤੁਹਾਨੂੰ ਇਸ ਚੀਜ਼ ਦੇ ਪ੍ਰਤੀ ਵੀ ਕਲੈਰਿਟੀ ਹੋਣੀ ਚਾਹੀਦੀ ਹੈ, ਕਨਫਿਊਜ਼ ਨਹੀਂ ਹੋਣਾ। ਅੱਗੇ ਹੈਗੇ ਪਾਤਰ ਚਿੱਤਰਣ। ਨਿਹਾਲ ਕੌਰ ਇਕਾਂਗੀ ਦੂਜਾ ਵੇ। ਬੇਟਾ ਇਹ ਇੱਕ ਸੈਂਪਲ ਪੇਪਰ ਹੈ। ਠੀਕ ਹੈ, ਤੁਹਾਨੂੰ ਮੈਂ ਇੱਕ ਨਮੂਨੇ ਦਾ ਪ੍ਰਸ਼ਨ ਪੱਤਰ ਦਿਖਾ ਰਹੀ ਹਾਂ ਕਿ ਤੁਹਾਨੂੰ ਇਸ ਤਰ੍ਹਾਂ ਦਾ ਪੇਪਰ ਆਏਗਾ। ਠੀਕ ਹੈ, ਇਹ ਜਿਹੜਾ ਹੈਗੇ ਪਾਤਰ ਚਿੱਤਰਣ ਆਉਣਗੇ ਬੇਟਾ, ਇੱਕ ਤੁਹਾਨੂੰ ਇਕਾਂਗੀ ਦੇ ਵਿੱਚੋਂ ਦਿੱਤਾ ਹੋਏਗਾ, ਦੂਸਰਾ ਨੋਵਲ ਦੇ ਵਿੱਚੋਂ ਦਿੱਤਾ ਹੋਏਗਾ। ਇਕਾਂਗੀਆਂ ਜਿਹੜੀਆਂ ਅਸੀਂ ਕੀਤੀਆਂ ਨੇ, ਜਿਵੇਂ ਕਿ ਦੂਜਾ ਵਿਆਹ ਹੋ ਗਿਆ, ਜ਼ਫਰਨਾਮਾ ਕੀਤੀ ਆਪਾਂ, ਹਨਾ, ਉਹਨਾਂ ਦੇ ਵਿੱਚੋਂ ਨਾਵਲ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ। ਇੱਕ ਹੋਰ ਨਵਾਂ ਸਾਲ ਜਿਹੜਾ ਨਾਵਲ ਹੈ ਉਹਦੇ ਵਿੱਚ ਜਿਹੜੇ ਪਾਤਰ ਨੇ ਤਾਰੋ, ਬੰਤਾ, ਫੁੰਮਣ ਵਗੈਰਾ ਜਿਹੜੇ ਅਸੀਂ ਸਾਰੇ ਪਾਤਰ ਕੀਤੇ ਸੀਗੇ, ਉਹਨਾਂ ਦੇ ਵਿੱਚੋਂ ਜਿਹੜਾ ਤੁਹਾਨੂੰ ਬੈਟਰ ਆਉਂਦਾ ਹੋਏਗਾ ਉਹ ਪਾਤਰ ਤੁਸੀਂ ਇਹਨਾਂ ਵਿੱਚੋਂ ਇੱਕ ਕਰਨਾ ਹੋਏਗਾ। ਐਂਡ ਲਾਸਟ 8ਵਾਂ ਪ੍ਰਸ਼ਨ ਹੈ, ਲਾਸਟ ਨਹੀਂ ਹੈ, ਸੈਕਿੰਡ ਲਾਸਟ ਹੈ। ਹੇਠ ਲਿਖੇ ਵਾਰਤਾਲਾਪ ਵਿੱਚੋਂ ਕਿਸੇ ਇੱਕ ਵਾਰਤਾਲਾਪ ਦੇ ਪ੍ਰਸ਼ਨਾਂ ਦੇ ਉੱਤਰ ਲਿਖੋ। ਤਾਂ ਇਹ ਤੁਹਾਨੂੰ ਵਾਰਤਾਲਾਪ ਦਿੱਤਾ ਹੋਇਆ ਬੇਟਾ, ਇਕਾਂਗੀ ਦੇ ਵਿੱਚੋਂ ਹੈ। ਤੁਸੀਂ ਪਹਿਲਾਂ ਇਸ ਵਾਰਤਾਲਾਪ ਨੂੰ ਪੜ੍ਹਨਾ ਹੈ ਧਿਆਨ ਨਾਲ, ਫਿਰ ਸੋਚਣਾ ਹੈ ਕਿ ਇਹ ਕਿਸ ਇਕਾਂਗੀ ਦੇ ਵਿੱਚੋਂ ਲਿਆ ਗਿਆ। ਤਾਂ ਹੇਠਾਂ ਦਿੱਤੇ ਤਿੰਨੇ ਪ੍ਰਸ਼ਨਾਂ ਦੇ ਤੁਸੀਂ ਉੱਤਰ ਦੇਣੇ ਆ। ਬੇਟਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿੰਨੀਆਂ ਵੀ ਇਕਾਂਗੀਆਂ ਨੇ, ਬਹੁਤੀਆਂ ਇਕਾਂਗੀਆਂ ਨਹੀਂ ਹੈਗੀਆਂ ਤੁਹਾਡੀ ਸੈਕਿੰਡ ਟਰਮ ਦੇ ਵਿੱਚ, ਤੁਸੀਂ ਉਹਨਾਂ ਨੂੰ ਇਕਾਂਗੀਆਂ ਨੂੰ ਇੱਕ ਸਾਈਡ ਤੇ ਲਿਖ ਲੈਣਾ ਜਦ ਤਿਆਰੀ ਕਰੋਗੇ ਉਦੋਂ। ਠੀਕ ਹੈ, ਉਹਨਾਂ ਦੇ ਸਾਹਮਣੇ ਉਹਨਾਂ ਦੇ ਲੇਖਕਾਂ ਦੇ ਨਾਮ ਲਿਖ ਲੈਣੇ ਨੇ, ਕਿਉਂਕਿ ਇਸ ਤਰ੍ਹਾਂ ਨਾਲ ਤੁਹਾਡੇ 1-2 ਨੰਬਰ ਹੈ ਜਿਹੜੇ ਉਹ ਬਿਲਕੁਲ ਪੱਕੇ ਨੇ। ਠੀਕ ਹੈ, ਇਕਾਂਗੀ ਦਾ ਨਾਮ ਤੇ ਉਸਦੇ ਲੇਖਕ ਦਾ ਨਾਮ ਤੁਹਾਨੂੰ ਬਿਲਕੁਲ ਜ਼ਰੂਰ ਹੀ ਪਤਾ ਹੋਣਾ ਚਾਹੀਦਾ ਹੈ, ਕਿਉਂਕਿ ਪਹਿਲਾ ਜਿਹੜਾ ਪ੍ਰਸ਼ਨ ਹੋਏਗਾ ਜਾਂ ਦੂਜਾ ਪ੍ਰਸ਼ਨ ਉਹ ਇਹੀ ਹੋਏਗਾ ਕਿ ਇਕਾਂਗੀ ਦੇ ਲੇਖਕ ਦਾ ਨਾਮ ਦੱਸੋ। ਠੀਕ ਹੈ, ਤੇ ਪਹਿਲਾ ਪ੍ਰਸ਼ਨ ਜਿਸ ਤਰ੍ਹਾਂ ਇਹਨੇ ਪੁੱਛਿਆ ਕਿ ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਹਨ। ਜੇਕਰ ਤੁਸੀਂ ਇਕਾਂਗੀਆਂ ਧਿਆਨ ਨਾਲ ਪੜ੍ਹੀਆਂ ਹੋਣਗੀਆਂ ਤਾਂ ਤੁਹਾਨੂੰ ਬਿਲਕੁਲ ਯਾਦ ਹੋਏਗਾ ਕਿ ਇਹ ਵਾਰਤਾਲਾਪ ਹੈ ਜਿਹੜਾ ਉਹ ਕਿਸ ਇਕਾਂਗੀ ਦੇ ਵਿੱਚੋਂ ਲਿਆ ਗਿਆ। ਥਰਡਲੀ ਤੁਹਾਨੂੰ ਪੁੱਛਿਆ ਜਾ ਰਿਹਾ ਹੈ ਵੀ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ। ਜੇਕਰ ਅਸੀਂ ਇਕਾਂਗੀ ਧਿਆਨ ਨਾਲ ਪੜ੍ਹੀ ਹੋਵੇਗੀ ਤਾਂ ਸਾਨੂੰ ਇਹ ਵੀ ਪਤਾ ਹੋਏਗਾ ਕਿ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਸੀ, ਕਿਉਂਕਿ ਸਾਡੇ ਡਾਇਲੌਗ ਹੈ ਜਿਹੜੇ ਉਹ ਹੂਬਹੂ ਯਾਦ ਰਹਿ ਜਾਂਦੇ ਨੇ। ਜਿਸ ਤਰ੍ਹਾਂ ਅਸੀਂ ਇਹੀ ਦੇਖ ਲੈਂਦੇ ਹਾਂ ਕਿ ਹਾਂ, ਮੈਥੋਂ ਪੁੱਛ ਕੇ ਮੇਰੇ ਪੁੱਛਣ ਨੂੰ ਬਹੁਤ ਉਡੀਕਦੀ ਹੈ ਤੂੰ, ਕਹਿ ਗਈ ਹੋਵੇਂਗੀ ਜਾਂਦੀ ਜਾਂਦੀ, ਮੈਨੂੰ ਪੁੱਛਿਆ ਸੀ ਸਭਾ ਦੇ ਮੈਂਬਰ ਬਣਨ ਲੱਗੀ ਨੇ, ਹੋਰ ਨਵਾਂ ਢੰਗ ਕੱਢਿਆ ਇਹਨਾਂ ਨੇ ਖਸਮਾਂ ਨੂੰ ਵਸ ਕਰਨ ਦਾ, ਇਉਂ ਤੂੰ ਮੇਰੇ ਮੁੰਡੇ ਦੇ ਲਾਇਕ ਬਣ ਜਾਵੇਂਗੀ ਸਭਾ ਦਾ ਮੈਂਬਰ ਬਣ ਕੇ। ਬੇਟਾ ਇਹ ਜਿਹੜਾ ਵਾਰਤਾਲਾਪ ਹੈ ਇਹ ਦੂਜਾ ਵਿਆਹ ਇਕਾਂਗੀ ਦੇ ਵਿੱਚੋਂ ਲਈ ਗਈ ਹੈ, ਜਿਸ ਤਰ੍ਹਾਂ ਕਿ ਅਸੀਂ ਪੜ੍ਹੀ ਸੀ। ਇਸ ਚੈਨਲ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ। ਦੂਜਾ ਵਿਆਹ ਇਕਾਂਗੀ ਤੁਹਾਨੂੰ ਬੇਟਾ ਮਤਲਬ ਫਿਲਮਾਈ ਗਈ ਹੈ, ਇਸ ਦੀ ਵੀਡੀਓ ਬਣਾਈ ਗਈ ਹੈ। ਜੇਕਰ ਤੁਸੀਂ ਬੈਟਰ ਸਮਝਣਾ ਚਾਹੁੰਦੇ ਹੋ ਤਾਂ ਇਸ ਚੈਨਲ ਦੇ ਉੱਪਰ ਤੁਸੀਂ ਦੇਖ ਸਕਦੇ ਹੋ, ਵੀਡੀਓ ਸੈਕਸ਼ਨ ਦੇ ਵਿੱਚ ਜਾ ਕੇ ਸਰਚ ਕਰ ਲਵੋ। ਦੂਜਾ ਵਿਆਹ ਜਿਹੜੀ ਇਕਾਂਗੀ ਹੈ ਉਹਦੀ ਪ੍ਰੋਪਰ ਫਿਲਮ ਬਣਾਈ ਗਈ ਹੈ, ਤੁਸੀਂ ਉੱਥੋਂ ਸਮਝ ਸਕਦੇ ਹੋ। ਤਾਂ ਜਿਹੜੀ ਇਸ ਇਕਾਂਗੀ ਦੂਜਾ ਵਿਆਹ ਦੇ ਵਿੱਚੋਂ ਇਹ ਵਾਰਤਾਲਾਪ ਲਿਆ ਗਿਆ। ਠੀਕ ਹੈ, ਲਾਸਟ ਵਨ ਹੈ ਜਿਹੜਾ, ਇਹ ਸਾਨੂੰ ਇਹ ਵੀ ਵਾਰਤਾਲਾਪ ਹੀ ਦਿੱਤਾ ਹੋਇਆ ਹੈ, ਪਰ ਇਹਦੀ ਅਸੀਂ ਕੀ ਕਰਨੀ ਹੈ, ਪ੍ਰਸੰਗ ਸਹਿਤ ਵਿਆਖਿਆ। ਇਹਦੇ ਕੋਈ ਕੁਐਸਚਨ ਨਹੀਂ ਹੈਗੇ, ਪ੍ਰਸੰਗ ਸਹਿਤ ਵਿਆਖਿਆ ਹੈ। ਪ੍ਰਸੰਗ ਬਾਰੇ ਮੈਂ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਵੀ ਦੱਸ ਚੁੱਕੀ ਹਾਂ। ਪਹਿਲਾਂ ਜਿਹੜੀ ਕਵਿਤਾ ਦੀ ਵਿਆਖਿਆ ਸੀ ਉਹਦੇ ਵਿੱਚ ਅਸੀਂ 3 ਕੱਕਿਆਂ ਦਾ ਖਿਆਲ ਰੱਖਦੇ ਹੁੰਦੇ ਸੀ। ਇਹਦੇ ਵਿੱਚ ਵੀ ਤੁਸੀਂ ਸਿਮਿਲਰਲੀ ਆਪਣੇ ਹਿਸਾਬ ਨਾਲ ਕਨਵਰਟ ਕਰ ਲਿਓ ਕਿ ਇੱਕ ਤਾਂ ਤੁਸੀਂ ਕਿਤਾਬ ਦਾ ਨਾਮ ਲਿਖਣਾ ਹੈ, ਦੂਸਰਾ ਤੁਸੀਂ ਲੇਖਕ ਦਾ ਨਾਮ ਲਿਖਣਾ ਹੈ, ਤੀਜਾ ਤੁਸੀਂ ਨਾਵਲ ਦਾ ਨਾਮ ਲਿਖਣਾ ਹੈ। ਠੀਕ ਹੈ, ਨਾਵਲ ਦਾ ਨਾਮ ਤੇ ਕਿਤਾਬ ਦਾ ਨਾਮ ਸੇਮ ਹੈ, ਕਿਉਂਕਿ ਇੱਕ ਹੋਰ ਨਵਾਂ ਸਾਲ ਨਾਵਲ ਦਾ ਨਾਮ ਹੈ, ਉਹੀ ਕਿਤਾਬ ਦਾ ਨਾਮ ਹੈ, ਤੇ ਇਸ ਦੇ ਲੇਖਕ ਦਾ ਨਾਮ ਹੈ ਜੋ ਨਿਰੰਜਨ ਤਸਨੀਮ। ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ, ਕਿਉਂਕਿ ਇਸ ਨਾਵਲ ਦੇ ਵਿੱਚੋਂ ਵਾਰਤਾਲਾਪ ਆਏਗਾ ਤੇ ਤੁਹਾਡਾ ਜਿਹੜਾ ਪ੍ਰਸੰਗ ਦਾ ਨੰਬਰ ਹੈ ਉਹ ਬਿਲਕੁਲ ਪੱਕਾ ਹੋਣਾ ਚਾਹੀਦਾ ਹੈ। ਜਿਹੜੀ ਤੁਸੀਂ ਵਿਆਖਿਆ ਕਰੋਗੇ ਉਹ ਇਸ ਲਾਈਨ ਨੂੰ ਥੋੜਾ ਜਿਹਾ ਆਪਣੇ ਹਿਸਾਬ ਨਾਲ ਇਸ ਦੀ ਇੰਨੀ ਕੁ ਵਿਆਖਿਆ ਕਰ ਦਿਓ ਵਿਸਥਾਰ ਸਹਿਤ ਕਿ ਇਹ ਲਾਈਨ ਹੈ ਜਿਹੜੀ ਥੋੜੀ ਜਿਹੀ ਹੋਰ ਇਹਦੇ ਵਿੱਚ ਐਡ ਆਨ ਕਰ ਦਿਓ, 3-4 ਲਾਈਨਾਂ ਦੀ ਬਣਾ ਕੇ ਇਸ ਨੂੰ ਵਿਸਥਾਰ ਸਹਿਤ ਇਸ ਦੀ ਤੁਸੀਂ ਵਿਆਖਿਆ ਕਰ ਦੇਣੀ ਹੈ, ਤਾਂ ਕਿ ਜਿਹੜਾ ਐਗਜ਼ਾਮੀਨਰ ਹੈ ਤੁਹਾਨੂੰ 4 ਦੇ ਵਿੱਚੋਂ 4 ਨੰਬਰ ਦੇਣ ਲਈ ਮਜਬੂਰ ਹੋ ਜਾਵੇ। ਠੀਕ ਹੈ, ਤਾਂ ਇਹ ਤਾਂ ਸੀਗੀਆਂ ਤੁਹਾਡੇ ਕੱਲ ਦੇ ਪੇਪਰ ਲਈ ਕੁਝ ਟਿਪਸ। ਆਈ ਹੋਪ ਕਿ ਤੁਸੀਂ ਇਹਨਾਂ ਟਿਪਸ ਦਾ ਧਿਆਨ ਰੱਖੋਗੇ ਤੇ ਤੁਹਾਡੇ ਨੰਬਰ ਹੈ ਜਿਹੜੇ ਬਹੁਤ ਅੱਛੇ ਆਉਣਗੇ। ਬੱਚੋ ਮੈਂ ਤੁਹਾਨੂੰ ਪੇਪਰ ਦਾ ਸੋਲਿਊਸ਼ਨ ਵੀ ਪ੍ਰੋਵਾਈਡ ਕਰਵਾਵਾਂਗੀ। ਤੁਹਾਡੇ ਪੇਪਰ ਤੋਂ ਬਾਅਦ ਚੈਨਲ ਤੇ ਵਿਜ਼ਿਟ ਕਰਨਾ ਨਾ ਭੁੱਲਣਾ। ਪੇਪਰ ਦਾ ਸੋਲਿਊਸ਼ਨ ਹੈ ਜਿਹੜਾ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾਵੇਗਾ। ਇਹ ਇੱਕ ਸੈਂਪਲ ਪੇਪਰ ਸੀਗਾ ਜਿਹੜੇ ਕਿ ਵਿਭਾਗ ਵੱਲੋਂ ਸਾਨੂੰ ਪ੍ਰੋਵਾਈਡ ਕਰਵਾਏ ਗਏ ਨੇ ਤੁਹਾਡੀ ਸਹੂਲਤ ਦੇ ਲਈ। ਬੱਚਿਓ ਪੇਪਰ ਦੇ ਲਈ ਮੇਰੇ ਵੱਲੋਂ ਤੁਹਾਨੂੰ ਬੈਸਟ ਆਫ ਲੱਕ
ਚੈਨਲ ਤੇ ਵਿਜ਼ਿਟ ਕਰਦੇ ਰਹਿਣਾ ਹੈ, ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ। ਗੁੱਡ ਬਾਏ।